ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਸਾਡੇ ਵਿੱਚ ਸੋਹਣੇ ਸੋਹਣੇ ਗੁਣ ਭਰੇ ਬੰਦਗੀ ਦੇ ਰੰਗ ਸਮਝਾਏ। ਉੱਥੇ ਨਾਲ ਹੀ ਸਾਨੂੰ ਅਣਖ ਨਾਲ ਜੀਣਾ, ਸਵੈ ਰੱਖਿਆ ਅਤੇ ਗਰੀਬ ਦੀ ਰੱਖਿਆ ਕਰਨੀ ਵੀ ਸਿਖਾਈ। ਇਹਨਾਂ ਸਿੱਖਿਆਵਾਂ ਨੂੰ ਧਾਰ ਕੇ ਗ੍ਰਹਿਣ ਕਰਕੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਮੁਗਲਾਂ ਨਾਲ ਟਾਕਰਾ ਕਰਨ ਲਈ ਤੁਰੇ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਫਿਰ ਸਿੱਖਾਂ ਨੇ ਬੇਅੰਤ ਕਸ਼ਟ ਸਹੇ। ਕੋਈ ਐਸਾ ਅਤਿਆਚਾਰ ਨਹੀਂ ਜਿਹੜਾ ਸਿੱਖਾਂ ਨੇ ਨਾ ਝੱਲਿਆ। ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਪਰ ਸਿੱਖ ਹਮੇਸ਼ਾ ਜ਼ੁਲਮ ਦੇ ਨਾਲ ਟਾਕਰਾ ਕਰਨ ਲਈ ਤਿਆਰ ਰਹਿੰਦੇ ਸਨ। ਅਤੇ ਜਦੋਂ ਵੀ ਕੋਈ ਗਰੀਬ ਆਉਂਦਾ ਸੀ ਉਹਨਾਂ ਕੋਲ ਰੱਖਿਆ ਵਾਸਤੇ, ਉਹ ਹਮੇਸ਼ਾ ਦੀ ਜਾਨ ਦੀ ਬਾਜ਼ੀ ਲਾਉਣ ਲਈ ਉੱਥੇ ਤਿਆਰ ਰਹਿੰਦੇ ਸਨ। ਕੁਝ ਸਮਾਂ ਪਾ ਕੇ ਫਿਰ ਕਈ ਸੂਝਵਾਨ ਸਿੰਘਾਂ ਨੇ ਖਾਲਸੇ ਪੰਥ ਨੂੰ 11 ਮਿਸਲਾਂ ਵਿੱਚ ਵੰਡ ਦਿੱਤਾ। ਉਹਨਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਵੱਡੇ ਵੱਡੇ ਯੋਧੇ ਆਗੂ ਹੋਏ ਹਨ। ਉਹਨਾਂ ਹੀ ਯੋਧਿਆਂ ਵਿੱਚੋਂ ਹੋਏ ਹਨ ਸਰਦਾਰ ਬਾਬਾ ਬੁੱਢੀਆ ਸਿੰਘ ਜੀ। ਅੱਜ ਅਸੀਂ ਆਪ ਜੀ ਨੂੰ ਬਾਬਾ ਬੁੱਢੀਆ ਸਿੰਘ ਜੀ ਦੀ ਸ਼ੂਰਵੀਰਤਾ ਅਤੇ ਦਲੇਰੀ ਭਰੀ ਸਾਖੀ ਸੁਣਾਉਣ ਜਾਵਾਂਗੇ ਅਤੇ ਆਪ ਜੀ ਨੂੰ ਉਹਨਾਂ ਦੇ ਲੁਕਾਏ ਪ੍ਰਤੀ ਕੀਤੇ ਪਰਉਪਕਾਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਜਦੋਂ ਅਸੀਂ ਬਾਬਾ ਬੁੱਢੀਆ ਸਿੰਘ ਜੀ ਦਾ ਪਿਛੋਕੜ ਇਤਿਹਾਸ, ਉਹਨਾਂ ਦਾ ਬੈਕਗਰਾਉਂਡ ਦੇਖਦੇ ਹਾਂ, ਇਹ ਸ਼ੁਰੂ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਿਲੇ ਹੋਏ ਥਾਪੜੇ ਤੋਂ। ਕੀ ਕੋਈ ਛੋਟੇ ਬੱਚਿਆਂ ਤੋਂ ਦੱਸ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ? ਹਾਂਜੀ, ਤੁਸੀਂ ਦੱਸੋ। ਹਾਂਜੀ, ਬਿਲਕੁਲ ਠੀਕ ਹੈ। ਇਸ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਪਹਿਲੇ ਇੱਦਾਂ ਦੇ ਲੀਡਰ ਸੀਗੇ ਜਿਹੜੇ ਸਾਰੇ ਸਿੱਖ, ਜਿਹੜੇ ਸਾਰੇ ਇੱਕ ਵੱਡਾ ਦਲ ਦੇ ਥੱਲੇ ਆਏ ਸੀਗੇ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ, ਫਿਰ ਸਾਰੇ ਸਿੱਖ ਵੱਖਰੇ ਵੱਖਰੇ ਹੋ ਗਏ। ਉਹਨਾਂ ਨੂੰ ਇਕੱਠੇ ਕਰਨ ਵਾਸਤੇ ਕੋਈ ਇੱਦਾਂ ਦਾ ਸਾਨੂੰ ਲੀਡਰ ਨਹੀਂ ਮਿਲਿਆ, ਕੋਈ ਇੱਦਾਂ ਦਾ ਸਾਨੂੰ ਫਿਗਰ ਨਹੀਂ ਮਿਲਿਆ ਜਿਹਨਾਂ ਨੂੰ ਜੋੜ ਕੇ ਰੱਖ ਸਕੇ। ਫਿਰ ਉਹ ਸਿੱਖ ਜਿਹੜੇ ਸੀਗੇ, ਉਹ ਜਦੋਂ ਘਰ ਤੋਂ ਚਲੇ ਗਏ, ਉਹ ਕਦੀ ਪਹਾੜੀਆਂ 'ਤੇ ਰਹਿਣ ਲੱਗ ਪਏ, ਕਦੀ ਜੰਗਲਾਂ 'ਚ ਰਹਿਣ ਲੱਗ ਪਏ। ਫਿਰ ਜਿਹੜਾ ਉਦੋਂ ਦਾ ਲਾਹੌਰ ਦਾ ਗਵਰਨਰ ਸੀਗਾ, ਉਹ ਸੀਗਾ ਜ਼ਕਰੀਆ ਖਾਨ। ਕੌਣ ਸੀ? ਹਾਂਜੀ, ਜ਼ਕਰੀਆ ਖਾਨ। ਉਹਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਸਿੱਖ ਆਪਣੇ ਜਿੱਦਾਂ ਹੁਕਮ ਦੇ ਵਿੱਚ ਲੈਣਾ, ਸਿੱਖਾਂ ਦੇ ਉੱਤੇ ਕਾਬੂ ਪਾ ਲਵਾਂ। ਪਰ ਹੁਣ ਸਾਰਿਆਂ ਨੂੰ ਪਤਾ ਹੈ ਸਿੱਖ ਇੰਨੀ ਛੇਤੀ ਡੋਲਦੇ ਥੋੜੀ ਨਾ ਹੈਗੇ, ਸਿੱਖ ਇੰਨੀ ਛੇਤੀ ਕਾਬੂ ਥੋੜੀ ਨਾ ਹੁੰਦੇ ਆ। ਉਹਨੇ ਫਿਰ ਇੱਕ ਸਕੀਮ ਕੱਢੀ, ਮੈਂ ਇਹਨਾਂ ਨਾਲ ਡੀਲ ਕਰਦਾ ਜਾ ਕੇ। ਜ਼ਕਰੀਆ ਖਾਨ ਨੇ ਫਿਰ ਸਿੱਖਾਂ ਨਾਲ ਇੱਕ ਜਿੱਦਾਂ ਡੀਲ ਬਣਾਈ ਅਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਨਵਾਬ ਦੀ ਪੋਜੀਸ਼ਨ ਦਿੰਦਾ। ਨਵਾਬ ਜਿਹੜਾ ਸੀਗਾ ਇੱਕ ਬਹੁਤ ਵੱਡਾ ਲੀਡਰ ਸੀਗਾ, ਬਹੁਤ ਇੰਪੋਰਟੈਂਟ ਫਿਗਰ ਹੁੰਦਾ ਆ, ਜਿਹੜੇ ਸਾਰੇ ਜਿਹੜਾ ਪ੍ਰਜਾ ਹੁੰਦੀ ਹੈ ਉਸ ਦੇ ਹੁਕਮ ਨੂੰ ਸੁਣਦੀ ਹੈ। ਅਤੇ ਫਿਰ ਸਾਰੇ ਸਿੱਖ ਇਸ ਡੀਲ ਦੀ ਗੱਲਬਾਤ ਕਰਨ ਵਾਸਤੇ, ਦੇਖਣ ਵਾਸਤੇ ਕਿ ਅਸੀਂ ਇਹਨੂੰ ਮੰਨੀਏ ਕਿ ਅਸੀਂ ਇਹਨੂੰ ਨਾ ਕਰੀਏ, ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਖੇ, ਅਕਾਲ ਤਖ਼ਤ ਸਾਹਿਬ ਵਿਖੇ ਤੀਜਾ ਸਰਬੱਤ ਖਾਲਸਾ ਹੋਇਆ। ਉੱਥੇ ਉਹਨਾਂ ਨੇ ਇਹ ਡੀਲ ਮਨਜ਼ੂਰ ਕੀਤੀ ਕਿ ਅਸੀਂ ਹਾਂਜੀ ਇਹ ਨਵਾਬ ਜਿਹੜਾ ਹੈਗਾ ਅਸੀਂ ਰੱਖਾਂਗੇ। ਅਤੇ ਕਿਸੇ ਨੂੰ ਪਤਾ ਹੈ ਕਿ ਅਸੀਂ ਪਹਿਲਾ ਜਿਹੜਾ ਸਾਡੇ ਸਿੱਖ ਕੌਮ ਦਾ ਪਹਿਲਾ ਨਵਾਬ ਆ ਉਹ ਕੌਣ ਸੀ? ਹਾਂਜੀ ਹਾਂਜੀ, ਅਸੀਂ ਚੁਣਿਆ ਨਵਾਬ ਕਪੂਰ ਸਿੰਘ ਜੀ ਨੂੰ। ਨਵਾਬ ਕਪੂਰ ਸਿੰਘ ਜੀ ਸਾਡੇ ਪਹਿਲੇ ਨਵਾਬ ਸਨ। ਫਿਰ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਪੰਥ ਨੂੰ 2 ਦਲਾਂ ਦੇ ਵਿੱਚ ਵੰਡਿਆ, ਬੁੱਢਾ ਦਲ ਅਤੇ ਤਰਨਾ ਦਲ। ਬੁੱਢਾ ਦਲ ਨੂੰ ਕਿਹਾ ਗਿਆ ਕਿ ਤੁਸੀਂ, ਬੁੱਢਾ ਦਲ ਉਹ ਸਿੰਘ ਸਨ ਜਿਹੜੇ 40 ਸਾਲ ਦੀ ਉਮਰ ਤੋਂ ਵੱਧ ਹੁੰਦੇ ਸਨ ਅਤੇ ਉਹ ਗੁਰਦੁਆਰਾ ਸਾਹਿਬਾਨਾਂ ਦੀ ਰਾਖੀ ਕਰਦੇ ਸਨ। ਅਤੇ ਜਿਹੜਾ ਦੂਜਾ ਦਲ ਸੀ ਤਰਨਾ ਦਲ, 40 ਸਾਲ ਦੀ ਉਮਰ ਤੋਂ ਥੱਲੇ, ਉਹਨਾਂ ਨੂੰ ਸਿਖਲਾਈ ਦਿੰਦੇ ਸਨ। ਜਿਹੜਾ ਤਰਨਾ ਦਲ ਸੀ ਉਹ ਸਿੱਖਾਂ ਦੀ ਫੌਜ ਵਜੋਂ ਕੰਮ ਕਰਦਾ ਸੀ, ਸੇਵਾ ਕਰਦਾ ਸੀ। ਤਰਨਾ ਦਲ ਅੱਗੇ ਹੋਰ ਜਥਿਆਂ ਵਿੱਚ ਵੰਡਿਆ ਗਿਆ, ਜਿਵੇਂ ਸ਼ਹੀਦਾਂ ਵਾਲਾ ਜਥਾ, ਅੰਮ੍ਰਿਤਸਰ ਦਾ ਜਥਾ ਅਤੇ ਸਾਹਿਬਜ਼ਾਦਿਆਂ ਦਾ ਜਥਾ। ਫਿਰ ਥੋੜ੍ਹਾ ਸਮਾਂ ਪਾ ਕੇ ਜਦੋਂ ਥੋੜ੍ਹੀ ਸਰਕਾਰ ਦੇ ਨਾਲ ਡਿਸਐਗਰੀਮੈਂਟਸ ਹੋ ਗਏ ਤਾਂ ਇਹ ਵਾਲਾ ਜਿਹੜਾ ਅਰੇਂਜਮੈਂਟ ਸੀ ਉਹ ਟੁੱਟ ਗਿਆ। ਅਤੇ ਫਿਰ ਜਿਹੜੇ ਥੋੜ੍ਹੇ ਹੋਰ ਦਲ ਬਣੇ ਸੀ ਉਹ ਤੋਂ ਅੱਗੇ ਹੋਰ ਜ਼ਿਆਦਾ ਡਿਵੀਜ਼ਨ ਖਾਲਸੇ ਪੰਥ ਵਿੱਚ ਹੋਣ ਲੱਗ ਪਈਆਂ। ਹੁਣ ਇਸ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਆਪਣੇ ਅਟੈਕ ਕਰਨ ਲੱਗ ਪਿਆ ਸੀ ਭਾਰਤ ਤੇ ਕਬਜ਼ਾ ਕਰਨ ਲਈ।
ਤੇ ਜਦੋਂ ਹੁਣ ਭਾਰਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਹਿਲਾਂ ਪੂਰੇ ਕੰਟਰੀ ਨੂੰ ਜ਼ਬਤ ਕਰਨ ਲਈ ਉਹਨੂੰ ਦਿੱਲੀ ਤੇ ਜਾਣਾ ਪੈਣਾ ਸੀ। ਦਿੱਲੀ ਤੇ ਪਹੁੰਚਣ ਦੇ ਲਈ ਉਹਨੂੰ ਪੰਜਾਬ ਦੇ ਵਿੱਚੋਂ ਲੰਘਣਾ ਪੈਂਦਾ ਸੀ ਤੇ ਜਦੋਂ ਪੰਜਾਬ ਵਿੱਚੋਂ ਲੰਘਦਾ ਸੀ ਰਸਤੇ ਵਿੱਚ ਲੁੱਟਮਾਰ ਕਰਦਾ ਤਬਾਹੀ ਮਚਾਉਂਦਾ ਜਾਂਦਾ ਸੀ। ਨਾਲੇ ਇਸ ਸਮੇਂ ਵਿੱਚ ਹੀ ਸਿੱਖਾਂ ਦੇ ਜਿਹੜੇ ਦਲ ਸੀ ਉਹ 65 ਆਲਮੋਸਟ ਜਥੇਬੰਦੀਆਂ ਬਣ ਚੁੱਕੀਆਂ ਸੀ ਤੇ ਇਹ ਦੋ ਵੱਡੀਆਂ ਪ੍ਰੋਬਲਮਸ ਹੋ ਗਈਆਂ ਸੀ ਸਿੱਖਾਂ ਵਾਸਤੇ। ਤਾਂ ਫਿਰ ਨਵਾਬ ਕਪੂਰ ਸਿੰਘ ਨੇ ਫਿਰ ਤੋਂ ਸਰਬੱਤ ਖਾਲਸਾ ਬੁਲਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੇ ਉੱਥੇ ਗੁਰਮਤਾ ਜਾਰੀ ਕੀਤਾ ਗਿਆ ਕਿ ਆਪਾਂ ਹੁਣ ਸਾਰਿਆਂ ਨੇ ਆਰਗੇਨਾਈਜ਼ ਹੋਣਾ ਹੈ ਤੇ ਸਿੱਖਾਂ ਨੂੰ 11 ਮਿਸਲਾਂ ਦੇ ਵਿੱਚ ਵੰਡ ਦਿੱਤਾ ਗਿਆ ਤੇ ਹਰੇਕ ਮਿਸਲ ਨੂੰ ਪੰਜਾਬ ਦਾ ਇੱਕ ਟੁਕੜਾ ਦਿੱਤਾ ਗਿਆ ਕਿ ਤੁਸੀਂ ਇਸ ਥਾਂ ਦੀ ਰਾਖੀ ਕਰਨੀ ਹੈ ਤੇ ਆਪਾਂ ਮਿਲ ਜੁਲ ਕੇ ਅਬਦਾਲੀ ਨੂੰ ਆਉਣ ਤੋਂ ਰੋਕਣਾ ਹੈ। ਪਰ ਉਹਨਾਂ ਨੇ ਨਾਲ ਇਹ ਵੀ ਸਮਝਾਇਆ ਸਿੱਖਾਂ ਨੂੰ ਕਿ ਭਾਵੇਂ ਤੁਹਾਨੂੰ ਸਾਰਿਆਂ ਨੂੰ ਵੱਖਰੇ ਵੱਖਰੇ ਨਿਸ਼ਾਨ ਸਾਹਿਬ ਦਿੱਤੇ ਗਏ ਹਨ, ਆਪਾਂ ਫਿਰ ਵੀ ਇੱਕੋ ਗੁਰੂ ਦੇ ਸਿੱਖ ਹਾਂ, ਇਸ ਲਈ ਆਪਾਂ ਇੱਕ ਦੂਜੇ ਦੇ ਨਾਲ ਪ੍ਰੇਮ ਨਾਲ ਵਰਤਣਾ ਅਤੇ ਏਕੇ ਦੀ ਨਜ਼ਰ ਅਤੇ ਭਾਵ ਨਹੀਂ ਛੱਡਣੇ। ਫਿਰ ਥੋੜੇ ਸਾਲਾਂ ਬਾਅਦ ਹੀ ਜਦੋਂ ਅਬਦਾਲੀ ਫਿਰ ਆਇਆ ਇਹ ਨੀਤੀ ਵਰਤ ਕੇ ਸਿੰਘਾਂ ਨੇ ਉਹਨੂੰ ਰੋਕਿਆ, ਉਹਨੂੰ ਤੇ ਨਾਦਰ ਸ਼ਾਹ ਦੋਨਾਂ ਨੂੰ ਰੋਕ ਦਿੱਤਾ। चलो पहला क्वेश्चन है कि छोटे बच्चों चो कौन सानू दस सकता है कि साडा खालसा पंथ किस गुरु साहिबान ने साझा? सारे छोटे कट्ठे बोलो। हाँ जी, गुरु गोबिंद सिंह महाराज जी। ते किहड़े साल दे विच? हाँ जी, हाँ जी, बैसाखी वाले दिन। हाँ जी, साडे गुरु महाराज जी ने सानू खालसा बनाया 1699 ईस्वी दे विच। जिहड़ा मिसल शब्द है ओहदा मतलब है बराबर, इक्वालिटी, कि असीं सारे एक बराबर हैगे आ, भावें मिसल अलग अलग हैगियां ने। जदों साडे गुरु महाराज जी ने सानू खालसा बनाया, इसका यह मतलब सी कि असीं हुण सारे इक्को जागदे आ, इंसानियत ते जागदे, असीं ह्यूमैनिटी वास्ते जिहड़ा उदों इंडिया ने कैस्ट सिस्टम जारी किया सीगा उन्होंने जिदा पिछे छड्डण वास्ते सानू खालसा बनाया सीगा। ते इसे तरह जिहड़ियां मिसलां बणियां सीगियां वो भी पाकिस्तान दे डिफरेंट नियम सन, डिफरेंट रूल सीगे, डिफरेंट निशान सीगे, डिफरेंट जथेदार मिसलदार सीगे। और फिर भी अकाल तख्त साहिब साडे झूल दे निशान साहिब ते गुरु महाराज वास्ते जींदे सी, उन्हां दी हुक्मरानी, उन्हां दी बख्शिशां नाल ही जींदे सी। ਹੁਣ ਕਿਸੇ ਨੂੰ ਉਹਨਾਂ ਦਿਨ ਯੋਧਿਆਂ ਦੇ ਨਾਮ ਯਾਦ ਹਨ ਜਿਹੜੇ ਅਸੀਂ ਸ਼ੁਰੂਆਤ ਵਿੱਚ ਹੁੰਦੇ ਸੀ? ਦਿਨ ਬਹੁਤ ਦੋ ਦਾ ਨਾਮ ਆਮੋ ਸਿੰਘ। ਹਾਂਜੀ, ਹਾਂਜੀ, ਤੇ ਕਿਸੇ ਨੂੰ ਉਹਨਾਂ ਦੇ ਮਿਸਲਾਂ ਦੇ ਨਾਮ ਪਤਾ ਹਨ? ਉਹਨਾਂ ਦੇ ਨਾਮ ਸੀ ਬਹੁਤ ਵੱਡੀ ਗਿਣਤੀ ਹੈ। ਹਾਂਜੀ, ਨਾਮ ਹਾਂਜੀ, ओके, जिहड़ियां फिर ये 11 मिसलां बणियां, इन्हां नूं वंड दित्ता गया कि ये मिसलां, ये 6 मिसलां बुड्ढा दल दे अधीन होणगीआं ते बाकी 5 मिसलां तरना दल दे अधीन होणगीआं। ये मिसलां उन्हां नूं हैल्प करनगीआं। जदों असीं हुण मिसलां दी वंड करदे आंदे हां, मिसलां दी वंड तां इदां होई कि हर एक मिसल दे विच सिपाही हुंदे सी, ਉਹ सिपाही उस जथेदार का हुक्म मनते सी। ਜਿਹੜੇ जथेदार हुंदे सी ਉਹ ਆਪਣੇ नवाब, ਆਪਣੇ दल खालसे के नवाब के हुक्म राही जींदे सी, ਉਹਨਾਂ ਦੇ हुक्म सुनते सी। ਤੇ ਜਦੋਂ ਹੁਣ ਇੱਕ ਨਵਾਂ नवाब चुनना ਹੁੰਦਾ ਸੀਗਾ, ਸਾਰੇ ਮਿਸਲਦਾਰ, ਸਾਰੇ जथेदार ਇਕੱਠੇ ਹੋ ਕੇ ਇੱਕ ਡੈਮੋਕ੍ਰੈਟਿਕਲੀ ਸਿਸਟਮ ਦੇ ਵਿੱਚ ਉਹਨਾਂ ਨੂੰ ਚੂਜ਼ ਕਰਦੇ ਹੁੰਦੇ ਸੀ। ਹੁਣ ਆਪਾਂ ਆਉਂਦੇ ਹਾਂ ਬਾਬਾ ਬਘੇਲ ਸਿੰਘ ਜੀ ਦੀ ਮਿਸਲ ਤੇ, ਕਰੋੜ ਸਿੰਘ ਦੀ ਮਿਸਲ। ਕਰੋੜ ਸਿੰਘ ਦੀ ਮਿਸਲ ਦੀ ਸ਼ੁਰੂਆਤ ਸਰਦਾਰ ਸ਼ਾਮ ਸਿੰਘ ਨਾਰਨੀ ਜੀ ਤੇ ਸਰਦਾਰ ਕਰਮ ਸਿੰਘ ਜੀ ਨੇ ਕੀਤੀ। ਉਹਨਾਂ ਨੇ ਗਿਣਤੀ ਜਿਵੇਂ 12,000 ਘੋੜਸਵਾਰਾਂ ਤੱਕ ਵਧਾਈ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਫਿਰ ਆਏ ਬਾਬਾ ਕਰੋੜਾ ਸਿੰਘ ਜੀ, ਜਿਨ੍ਹਾਂ ਦੀ ਨਿਗਰਾਨੀ ਹੇਠ ਹੀ ਬਾਬਾ ਬਘੇਲ ਸਿੰਘ ਜੀ ਵੱਡੇ ਹੋਏ ਅਤੇ ਸਾਰਿਆਂ ਨੇ ਸਿਖਲਾਈ ਹਾਸਲ ਕੀਤੀ। ਬਾਬਾ ਕਰੋੜਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਫਿਰ ਬਾਬਾ ਬਘੇਲ ਸਿੰਘ ਜੀ ਨੇ ਸਾਰੀ ਬਾਗਡੋਰ ਸੰਭਾਲੀ।
ਵਧੀਆ ਜਥੇਦਾਰ ਜਿਹੜੇ ਆਪਣੀ ਜਿਹੜੀ ਮਿਸਲ ਸੀ ਬਹੁਤ ਨੇ ਉਹਨਾਂ ਬਾਰੇ ਸੁਣਿਆ ਵੀ ਨਹੀਂ ਸੀ ਤੇ ਉਹ ਉਹਨਾਂ ਦੇ ਵੇਲੇ ਸੈਕਿੰਡ ਮੋਸਟ ਪਾਵਰਫੁਲ ਮਿਸਲ ਆਉਂਦੀ ਹੈ। ਇਹ ਉਹ ਯੋਧੇ ਨੇ ਜਿਹੜੇ ਦਿੱਲੀ ਫਤਿਹ ਵਜੋਂ ਮੰਨੇ ਜਾਂਦੇ ਹਨ। ਬਾਬਾ ਜੀ ਪਿੰਡ ਝਬਾਲ ਜਿਹੜਾ ਅੰਮ੍ਰਿਤਸਰ ਸਾਹਿਬ ਵਿੱਚ ਹੈਗਾ ਆ ਉਹਦੇ ਵਿੱਚ ਵੱਡੇ ਹੋਏ ਸੀ ਤੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਮਿਸਲ ਜੁਆਇਨ ਕਰ ਲਈ ਸੀ। ਵੈਸੇ ਤਾਂ ਇਹਨਾਂ ਦੇ ਬਹੁਤ ਗੁਣ ਹੈਗੇ ਪਰ ਇਹਨਾਂ ਦਾ ਸਭ ਤੋਂ ਇੰਪੋਰਟੈਂਟ ਗੁਣ ਹੈਗਾ ਆ ਕਿ ਇਹ ਬਹੁਤ ਸਟਰੋਂਗ ਬਹੁਤ ਸਟ੍ਰੈਟੇਜਿਕ ਲੀਡਰ ਸੀ। ਹੁਣ ਮੰਨ ਲਓ ਫੋਰ ਐਗਜ਼ਾਮਪਲ ਦੋ ਬੰਦਿਆਂ ਦੀ ਲੜਾਈ ਹੁੰਦੀ ਪਈ ਹੈ, ਝਗੜਾ ਹੁੰਦਾ ਪਿਆ ਹੈ, ਬਾਬਾ ਜੀ ਨੂੰ ਆਉਂਦੇ ਬਿਲਕੁਲ ਸੋਚ ਸਮਝ ਕੇ ਵਿਚਾਰ ਕਰਕੇ ਦੇਖਦੇ ਕਿ ਕਿਹੜੀ ਸਟ੍ਰੈਟਜੀ ਕਿਹੜਾ ਆਨਸਰ ਹੋਣਾ ਚਾਹੀਦਾ ਹੈ ਤੇ ਫਿਰ ਉਹਨਾਂ ਨੂੰ ਬਹੁਤ ਪਿਆਰ ਨਾਲ ਬੜੇ ਤਰੀਕੇ ਨਾਲ ਸਮਝਾਉਂਦੇ ਕਿ ਇਹ ਆ ਤੇ ਜਿਹੜਾ ਦੂਜਾ ਸੀ ਉਹ ਕਦੀ ਰੋਸਦਾ ਨਹੀਂ ਸੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਸ ਬਾਬਾ ਜੀ ਜਿਹੜੇ ਹੈਗੇ ਨੇ ਇਹ ਬਹੁਤ ਮਹਾਨ ਨੇ, ਇਹਨਾਂ ਦੀ ਗੱਲ ਹਮੇਸ਼ਾ ਮੰਨਦੀ ਹੈ। ਫਿਰ ਇਹਨਾਂ ਨੇ ਕਰੋੜਾ ਸਿੰਘ ਜੀ ਤੋਂ ਬਾਅਦ ਜਥੇਦਾਰੀ ਸਾਡੀ 12,000 ਸਿਪਾਹੀਆਂ ਤੱਕ ਲੈ ਕੇ ਗਏ। ਹੁਣ ਦੇਖੋ ਇਹ ਉਹ ਮਿਸਲ ਸੀ ਜਿਹੜੇ ਬਹੁਤ ਘੱਟ ਸਿਪਾਹੀ ਹੁੰਦੇ ਸੀ ਤੇ ਇਹਨਾਂ ਨੇ ਸੈਕਿੰਡ ਮੋਸਟ ਪਾਵਰਫੁਲ ਕਰ ਲਿਆ। ਦੇਖੋ ਕਿੰਨੀ ਵਧੀਆ ਚੀਜ਼ ਹੈ ਨਾ, ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਸੀ। ਹੁਣ ਆ ਗਿਆ ਆਪਾਂ ਦਿੱਲੀ ਫਤਿਹ ਤੇ। ਹੁਣ ਉਸ ਸਮੇਂ ਤੇ ਸੀ ਨਾ ਦਿੱਲੀ ਤਖਤ ਤੇ ਜਿਹੜਾ ਰਾਜਾ ਵਿਰਾਜਮਾਨ ਸੀ ਉਹਦਾ ਨਾਮ ਸੀ ਸ਼ਾਹ ਆਲਮ ਤੇ ਉਹ ਬਹੁਤ ਹੀ ਕਰੂਰ ਤੇ ਜਨਤਾ ਦੇ ਬਹੁਤ ਜ਼ਿਆਦਾ ਤਸ਼ੱਦਦ ਕਰਦਾ ਸੀ। ਜਿਵੇਂ ਬਿਨਾਂ ਮਤਲਬ ਦੇ ਟੈਕਸ ਲਾਉਂਦਾ ਸੀ ਤੇ ਉਹਦੇ ਰਾਜ ਵਿੱਚ ਪ੍ਰਜਾ ਬਹੁਤ ਜ਼ਿਆਦਾ ਦੁਖੀ ਸੀ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦੀ ਹਾਂ। ਇੱਕ ਟੈਕਸ ਜਿਹੜਾ ਲਾਉਂਦਾ ਸੀ ਉਹਦਾ ਨਾਮ ਸੀ ਜਜੀਆ ਉਸ ਸਮੇਂ ਤੇ ਮੁਗਲ ਹਕੂਮਤ ਲਾਉਂਦੀ ਹੁੰਦੀ ਸੀ ਦੂਜੇ ਧਰਮਾਂ ਤੇ ਜਿਹੜੇ ਮੁਸਲਮਾਨ ਨਹੀਂ ਹੁੰਦੇ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਸਾਰੀ ਪ੍ਰਜਾ ਮੁਸਲਮਾਨ ਬਣ ਜਾਵੇ। ਤਾਂ ਜਿਹੜੇ ਹਿੰਦੂ ਸੀ ਦੂਜੇ ਧਰਮਾਂ ਦੇ ਲੋਕ ਸੀ ਉਹਨਾਂ ਨੂੰ ਐਕਸਟਰਾ ਟੈਕਸ ਪੇ ਕਰਨਾ ਪੈਂਦਾ ਸੀ ਆਪਣੇ ਧਰਮ ਨੂੰ ਕਮਾਉਣ ਦੇ ਲਈ ਤੇ ਜੇ ਉਹ ਨਾ ਪੇ ਕਰਨ ਤੇ ਫਿਰ ਉਹ ਪੂਰਾ ਜ਼ੁਲਮ ਕਰਦਾ ਸੀ ਉਹਨਾਂ ਤੇ ਹੁਣ ਸਿੰਘਾਂ ਦੇ ਤਾਂ ਆਪਣੇ ਕੋਈ ਘਰ ਬਾਰ ਨਹੀਂ ਹੁੰਦੇ ਤੇ ਉਹ ਪ੍ਰਜਾ ਦੇ ਵਿੱਚ ਹੀ ਵਿਚਰਦੇ ਸਨ ਤੇ ਚੱਲਦਾ ਵਕੀਲ ਤੇ ਜਦੋਂ ਉਹ ਦੇਖਦੇ ਸਨ ਪ੍ਰਜਾ ਦਾ ਦੁੱਖ ਤੇ ਉਹਨਾਂ ਤੋਂ ਸਿਆ ਨਹੀਂ ਸੀ ਜਾਂਦਾ। ਉਹਨਾਂ ਤੋਂ ਸੀਗਾ ਕਿ ਅਸੀਂ ਕੁਝ ਕਰੀਏ, ਅਸੀਂ ਕੁਝ ਕਰ ਨਹੀਂ ਸਕਦੇ ਹਾਂ, ਜੁਝਾਰ ਕੁਝ ਕਰੀਏ। ਤਾਂ ਉਹਨਾਂ ਨੇ ਸੋਚਿਆ ਕੋਈ ਨਾ ਕਿਉਂ ਨਾ ਆਪਾਂ ਦਿੱਲੀ ਨੂੰ ਵੀ ਫਤਿਹ ਕਰਕੇ ਤੇ ਜਾ ਕੇ ਰਾਜ ਨੂੰ ਸਿਖਾਈਏ ਕਿ ਅਸਲ ਰਾਜ ਕਿੱਦਾਂ ਕਰਨਾ। ਫਿਰ ਪਹਿਲੀ ਵਾਰ ਸਿੰਘਾਂ ਨੇ ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਇੱਦਾਂ ਦੇ ਸਿੱਖ ਸਰਦਾਰ ਇਕੱਠੇ ਹੋ ਕੇ ਉਹਨਾਂ ਨੇ ਦਿੱਲੀ ਤੇ ਚੜ੍ਹਾਈ ਕੀਤੀ। ਪਹਿਲੀ ਵਾਰ ਕਾਮਯਾਬ ਨਾ ਹੋ ਪਾਏ। 1 ਸਾਲ ਬਾਅਦ ਫਿਰ ਕੋਸ਼ਿਸ਼ ਕੀਤੀ, ਫਿਰ ਵਿਰਾਸਤ ਦੀ ਘਾਟ ਹੋਣ ਕਰਕੇ ਉਹਨਾਂ ਦੀ ਗੱਲ ਨਾ ਬਣੀ। ਫਿਰ 7 ਸਾਲਾਂ ਦੀ ਪਲਾਨਿੰਗ ਤੋਂ ਬਾਅਦ ਫਿਰ 1778 ਦੇ ਵਿੱਚ ਫਿਰ ਉਹਨਾਂ ਨੇ ਚੜ੍ਹਾਈ ਕੀਤੀ। ਹੁਣ ਇਸ ਤੋਂ ਆਪਾਂ ਨੂੰ ਇਹ ਗੁਣ ਸਾਹਮਣੇ ਆਉਂਦਾ ਆਪਣਾ ਕਿ ਉਹ ਕਿੰਨੇ ਹਾਰਡ ਵਰਕਿੰਗ ਸੀਗੇ, ਉਹ ਡੋਲਦੇ ਨਹੀਂ ਸੀਗੇ ਛੇਤੀ ਦੇ ਕੇ। ਜਿਵੇਂ ਆਪਾਂ ਆਪਣੇ ਲਾਈਫ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਆਪਾਂ ਨੂੰ ਕੁਛ ਵੀ ਹਾਰਡ ਲੱਗਦਾ, ਕੋਈ ਸਕੂਲ ਦਾ ਸਬਜੈਕਟ ਹਾਰਡ ਲੱਗਦਾ ਹੈ, ਕੋਈ ਮੇਜਰ ਚੁਣਦੇ ਆਪਾਂ ਨੂੰ ਹਾਰਡ ਲੱਗਦਾ ਤੇ ਆਪਾਂ ਕਹਿੰਦੇ ਹਾਂ ਕੋਈ ਨਾ ਕੁਛ ਹੋਰ ਕਰ ਲੈਂਦੇ ਇਹ ਛੱਡ ਦਿੰਦੇ। ਪਰ ਨਹੀਂ, ਉਹਨਾਂ ਦਾ ਟੀਚਾ ਸੀਗਾ, ਉਹਨਾਂ ਨੇ ਉਹ ਦੁਨੀਆ ਦੇ ਲਈ ਜੁੜਦੇ ਸੀ ਤੇ ਉਹਨਾਂ ਨੂੰ ਸੀਗਾ ਜੇ ਅਸੀਂ ਪਰਉਪਕਾਰ ਕਰਨਾ ਪੂਰੀ ਤਰੀਕੇ ਨਾਲ ਕਰਕੇ ਦਿਖਾਉਣਾ। ਤਾਂ ਫਿਰ ਤੀਜੀ ਵਾਰ ਜਦੋਂ ਗਏ ਇਸ ਵਾਰੀ ਉਹ ਸਾਰੇ 60,000 ਦੀ ਫੌਜ ਬਾਬਾ ਬਘੇਲ ਸਿੰਘ ਜੀ ਤੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ 60,000 ਦੀ ਫੌਜ ਲੈ ਕੇ ਦਿੱਲੀ ਦੇ ਵਿੱਚ ਵੜੇ ਤੇ ਜਿਹੜਾ ਲਾਲ ਕਿਲ੍ਹਾ ਜਿਹੜਾ ਮੇਨ ਪੁਆਇੰਟ ਹੈ ਜਿੱਥੇ ਕਬਜ਼ਾ ਕਰ ਜੇ ਕਬਜ਼ਾ ਕਰ ਲਿਆ ਤਾਂ ਪੂਰੀ ਕੰਟਰੀ ਤੁਹਾਡੇ ਗੇਟ ਲਾ ਦਿੰਦੀ ਹੈ, ਉਹਦੇ ਤੇ ਕਬਜ਼ਾ ਕਰਨਾ ਸੀ। ਹੁਣ ਆਲੇ ਦੁਆਲੇ ਸਬਜ਼ੀ ਮੰਡੀ ਜਿੰਨੇ ਵੀ ਜਗ੍ਹਾਵਾਂ ਸੀ ਉੱਥੇ ਕਬਜ਼ਾ ਕਰ ਲਿਆ ਤੇ ਨਾਲ ਫਿਰ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ 10,000 ਦੀ ਫੌਜ ਲੈ ਕੇ ਉਹਨਾਂ ਦੇ ਨਾਲ ਰਲ ਗਏ ਤੇ ਹੁਣ ਸਾਰੇ ਇਕੱਠੇ ਹੋ ਕੇ ਲਾਲ ਕਿਲ੍ਹੇ ਦੇ ਵੱਲੋਂ ਵੱਧਦੇ ਪਏ। ਹੁਣ ਸਾਡੇ ਸਿੱਖ ਸਾਡੇ ਉਹ ਗੁਰਸਿੱਖ ਮਹਾਨ ਯੋਧੇ ਉਹ ਦਿੱਲੀ ਦੇ ਵਿੱਚ ਗਏ। ਹੁਣ ਐਗਜ਼ਾਮਪਲ ਹੁਣ ਐਕਚੁਅਲੀ ਇਮੈਜਿਨ ਕਰਕੇ ਦੇਖੋ ਜਿਹੜੀ ਤੁਹਾਡੀ ਸਟੇਟ ਦੀ ਗਵਰਨਮੈਂਟ ਹੈ ਸਿਰਫ ਸਟੇਟ ਵਾਲੀ ਪ੍ਰੈਜ਼ੀਡੈਂਟ ਵਾਲਾ ਜੀ ਨਹੀਂ ਜਾਂਦੇ, ਜਿਹੜਾ ਉਹਨਾਂ ਦਾ ਘਰ ਹੈ ਜਿਹੜਾ ਉਹਨਾਂ ਦਾ ਮਹਿਲ ਹੈ ਉਹਦੇ ਵਿੱਚ ਜੇ ਅਸੀਂ ਅੰਦਰ ਜਾਣਾ ਹੋਏ ਤੇ ਉਹਦਾ ਥੋੜਾ ਬਿਲਕੁਲ ਜਿੱਦਾਂ ਸੌਦਾ ਲੈਣਾ ਹੋਵੇ ਨਾ ਕਿੰਨਾ ਹਾਰਡ ਕੰਮ ਹੋਊਗਾ। ਇਮੈਜਿਨ ਕਰਕੇ ਦੇਖੋ ਉਹਨਾਂ ਕੋਲ ਕਿੰਨੀ ਸੈਨਾ ਹੋਊਗੀ, ਉੱਥੇ ਪਹਿਰੇਦਾਰ ਕਿੰਨੇ ਹੋਣਗੇ, ਉੱਥੇ ਉਹਨਾਂ ਕੋਲ ਸਪਲਾਈਜ਼ ਕਿੰਨੀਆਂ ਹੋਣਗੀਆਂ ਹੈ ਨਾ। ਤੇ ਇਹ ਅੰਦਰ ਗਿਆ ਉਹ ਦਿੱਲੀ ਫਤਿਹ ਕੀਤੀ ਹੈ। ਓਕੇ ਹੁਣ ਜਿਹੜੇ ਸਾਡੇ ਸਿੱਖ ਸੀਗੇ ਉਹ ਦੀਵਾਨੇ ਆਮ ਚ ਆ ਗਏ। ਉਦੋਂ ਤੱਕ ਤਾਂ ਹੁਣ ਜਿਹੜਾ ਸ਼ਾਹ ਆਲਮ ਸੀ ਤੇ ਉਹਦੇ ਜਿਹੜੇ ਪਹਿਰੇਦਾਰ ਸੀ ਉਹ ਤਾਂ ਡਰ ਦੇ ਮਾਰੇ ਨੂੰ ਭੱਜ ਗਏ। ਇਹ ਦੀਵਾਨੇ ਆਮ ਚ ਗਏ ਸੀ ਜਿਹੜਾ ਇੱਕ ਰੂਮ ਆ ਜਿੱਥੇ ਜਿਹੜਾ ਰਾਜਾ ਹੁੰਦਾ ਸੀ ਉਹ ਪ੍ਰਜਾ ਦੀ ਗੱਲ ਸੁਣਦਾ ਹੁੰਦਾ ਸੀ, ਉੱਥੇ ਸਭ ਤੋਂ ਵੱਡੇ ਹੁਕਮ ਲੈਂਦਾ ਹੁੰਦਾ ਸੀ। ਉੱਥੇ ਉਹਦਾ ਇੱਕ ਤਖਤ ਹੁੰਦਾ ਸੀ, ਤਖਤ ਇੱਕ ਟੌਸ। ਸਾਰੇ ਸਿੰਘਾਂ ਨੇ ਜਿਹਦੇ ਵਿੱਚ ਬਾਬਾ ਬਘੇਲ ਸਿੰਘ ਜੀ ਵੀ ਸੀਗੇ ਉਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਕਿ ਸਰਦਾਰ ਜੱਸਾ ਸਿੰਘ
ਆਹਲੂਵਾਲੀਆ ਜੀ ਨੂੰ ਉਸ ਤਖਤ ਤੇ ਬਿਠਾਇਆ ਜਾਵੇ। ਜਿਹੜੇ ਜੱਸਾ ਸਿੰਘ ਆਹਲੂਵਾਲੀਆ ਜੀ ਸੀ, ਉਹਨਾਂ ਨੇ ਫਿਰ ਬੜਾ ਸੋਚ ਸਮਝ ਕੇ ਕਿਹਾ ਕਿ ਨਹੀਂ, ਅਸੀਂ ਨਹੀਂ ਉੱਥੇ ਬੈਠਾਂਗੇ, ਕਿਉਂਕਿ ਇਹ ਉਹੀ ਤਖਤ ਆ ਜਿੱਥੇ ਸਾਡੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦਾ ਹੁਕਮ ਹੋਇਆ ਸੀ। ਇਹ ਉਹੀ ਤਖਤ ਆ ਜਿੱਥੇ ਔਰੰਗਜ਼ੇਬ ਵਰਗੇ ਮੁਗਲਾਂ ਨੇ ਬੈਠ ਕੇ ਸਾਡੇ ਸਿੱਖਾਂ ਦੇ ਵਿਰੁੱਧ ਕਾਫੀ ਹੁਕਮ ਕੱਢੇ, ਜਿਨ੍ਹਾਂ ਨੂੰ ਕਾਫੀ ਤਸੀਹੇ ਸਹਿਣ ਪਏ। ਫਿਰ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਫੈਸਲਾ ਕੀਤਾ ਕਿ ਉਹ ਤਖਤ ਨੂੰ ਉੱਥੋਂ ਪੁੱਟ ਕੇ, ਉਹਨਾਂ ਨੇ ਇੱਦਾਂ ਹੀ ਕੀਤਾ, ਉਹ ਤਖਤ ਨੂੰ ਉੱਥੋਂ ਪੁੱਟ ਕੇ ਆਪਣੇ ਘੋੜਿਆਂ ਦੇ ਨਾਲ ਬਣ ਕੇ ਘੜੀਸਦੇ ਹੋਏ ਦਰਬਾਰ ਸਾਹਿਬ ਲੈ ਕੇ ਗਏ। ਹੁਣ ਦੇਖੋ, ਇਹ ਉਹ ਤਖਤ ਸੀ ਜਿਹੜਾ ਮੁਗਲਾਂ ਦੇ ਲਾਈਨੇਜ ਦੇ ਵਿੱਚ ਹੁੰਦਾ ਸੀ। ਕਾਫੀ ਮੁਗਲ ਰਾਜਾ ਉਹਨਾਂ ਦੇ ਬੈਠੇ ਸੀਗੇ ਤੇ ਉਹਨੂੰ ਘੜੀਸਦੇ ਹੋਏ ਦਰਬਾਰ ਸਾਹਿਬ ਲੈ ਕੇ ਗਏ। ਫਿਰ ਉਹ ਇਸ ਇੱਕ ਪੋਜੀਸ਼ਨ 'ਚ ਰੱਖਿਆ ਕਿ ਉਹ ਉਹਦੇ ਥੱਲੇ ਦਰਬਾਰ ਸਾਹਿਬ ਦੇ ਥੱਲੇ ਨੂੰ ਹੋਵੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਦਰਬਾਰ ਸਾਹਿਬ ਹੈ ਤੇ ਅਕਾਲ ਤਖਤ ਸਾਹਿਬ ਹੈ, ਉਹ ਤਾਂ ਮਹਾਕਾਲ ਦਾ ਹੈ, ਉਹ ਤੋਂ ਵੱਡਾ ਕੁਛ ਨਹੀਂ ਹੈਗਾ, ਉਹ ਤੋਂ ਸਾਰੇ ਹੀ ਥੱਲੇ ਨੇ। ਤੇ ਇਹ ਉਹ ਤਖਤ ਸੀਗਾ ਜਿਹੜਾ ਉਦੋਂ ਦੇ ਸਮੇਂ ਦੇ ਵਿੱਚ 4 ਕਰੋੜ ਰੁਪਏ ਦਾ ਹੁੰਦਾ ਸੀ। ਤੇ ਅੱਜ ਇਮੈਜਿਨ ਕਰਕੇ ਦੇਖੀ ਕਿ ਇਹਦੀ ਕੀ ਕੀਮਤ ਹੋਊਗੀ। ਇਹ ਤਾਂ ਅਰਬਾਂ ਖਰਬਾਂ ਦੇ ਵਿੱਚ ਹੋਊਗਾ, ਬਿਲੀਅਨਸ ਟ੍ਰਿਲੀਅਨਸ ਉਹ ਤੋਂ ਵੀ ਜ਼ਿਆਦਾ ਹੋਊਗਾ। ਤੇ ਇਹ ਜੇ ਤੁਸੀਂ ਸਿੱਲੇ ਦੇ ਅਜੇ ਵੀ ਉਹਦਾ ਇੱਕ ਸਿੱਲਾ ਅਜੇ ਵੀ ਰਹਿੰਦਾ ਆ। ਤੇ ਜਿਹੜਾ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਿਹੜੇ ਰਾਮਗੜੀਏ ਗੁੰਗੇ ਹੈਗੇ ਨੇ, ਉਹ ਸਿੱਲਾ ਅਜੇ ਵੀ ਉੱਥੇ ਪਿਆ ਹੈ ਤੇ ਉਹਦਾ ਤੁਸੀਂ ਜਿੱਦਾਂ ਪੂਰਾ ਪਿਛੋਕੜ ਇਤਿਹਾਸ ਪੜ੍ਹ ਸਕਦੇ ਹੋ। ਤੇ ਹੁਣ ਜਦੋਂ ਅਸੀਂ ਵਾਪਸ ਆਏ ਬਾਬਾ ਬਗੀਰ ਸਿੰਘ ਜੀ ਵਾਲੇ ਟਾਈਮ ਦੇ ਵਿੱਚ, ਉਹਨਾਂ ਨੇ ਤਕਰੀਬਨ 4000 ਫੌਜਾਂ ਦੇ ਨਾਲ 4000 ਸਿਪਾਹੀਆਂ ਦੇ ਨਾਲ ਲਾਗੇ ਉੱਥੇ ਸਬਜ਼ੀ ਮੰਡੀ ਸੀ, ਉੱਥੇ ਅਜੇ ਵੀ ਉਹਨਾਂ ਨੇ ਆਪਣਾ ਡੇਰਾ ਰੱਖਿਆ ਹੋਇਆ ਸੀਗਾ। ਉੱਥੇ ਇੱਕ ਔਕਚੁਅਲ ਟੈਕਸ ਲਗਾਉਂਦੇ ਹੁੰਦੇ ਸੀ ਕਿ ਜਿਹੜੇ ਵੀ ਕੋਈ ਐਕਸਪੋਰਟਸ ਇੰਪੋਰਟਸ ਜਿਹੜੇ ਗੁੱਡਸ ਹੁੰਦੇ ਸਨ, ਜਿਹੜੇ ਉਹ ਮਾਲ ਹੁੰਦਾ ਹੈ, ਉਹਦੇ ਟੈਕਸ ਲਗਾਇਆ। ਤੇ ਜਿਹੜਾ ਉਹ ਸਾਰਾ ਪੈਸਾ ਇਕੱਠਾ ਹੋਇਆ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਵਾਸਤੇ ਯੂਜ਼ ਕੀਤਾ। ਹਾਂਜੀ, ਤੇ ਇਹ ਹੈਗੇ ਜਿਹਦਾ ਰਾਮਗੜੀਆ ਗੁੰਗਾ ਤੁਸੀਂ ਦੇਖ ਸਕਦੇ ਹੋ। ਤੇ ਜਿਹਦਾ ਦਰਬਾਰ ਸਾਹਿਬ ਬਿਲਕੁਲ ਸਾਈਡ ਤੇ ਹੈਗਾ ਹੈ। ਤੇ ਜਿਹੜਾ ਥੱਲੇ ਹੈਗਾ ਲੈਫਟ ਸਾਈਡ ਤੇ, ਉਹ ਜਿਹੜਾ ਤਖਤ ਹੁੰਦਾ ਸੀ ਜਿੱਥੇ ਰਾਜੇ ਬੈਠਦੇ ਹੁੰਦੇ ਸੀ। ਤੇ ਜਿਹੜਾ ਰਾਈਟ ਸਾਈਡ ਦੇ ਵਿੱਚ ਹੈਗੀ ਹੈ, ਉੱਥੇ ਹੈਗਾ ਇਸੇ ਦਾ ਥੋੜੀ ਜਿਹੀ ਜਿਹਦਾ ਉੱਪਰ ਵੀ ਜਿਹਦਾ ਮੰਜਮ ਦੇ ਰੱਖਿਆ ਹੈ। ਹੁਣ ਆਪਾਂ ਆਉਂਦੇ ਹਾਂ ਜਿਹੜੀ ਉਹਨਾਂ ਨੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਕੀਤੀ ਦਿੱਲੀ ਦੇ ਵਿੱਚ। ਉਸ ਸਮੇਂ ਤੇ ਜਦੋਂ ਉਹ ਮਾਰਚ ਦੇ ਵਿੱਚ ਉਹਨਾਂ ਨੇ ਕਬਜ਼ਾ ਕੀਤਾ ਤੇ 8 ਮਹੀਨਿਆਂ ਦੇ ਵਿੱਚ ਉਹਨਾਂ ਨੇ 7 ਗੁਰਦੁਆਰਾ ਸਾਹਿਬਾਨਾਂ ਦੇ ਸਥਾਨ ਕਾਇਮ ਕੀਤੇ ਤੇ ਉੱਥੇ ਇਮਾਰਤਾਂ ਖੜ੍ਹੀਆਂ ਕੀਤੀਆਂ। ਹੁਣ ਆਪਾਂ ਅੱਜ ਦੇਖ ਸਕਦੇ ਹਾਂ ਗੁਰੂ ਘਰਾਂ ਦੀ ਸੇਵਾ ਨੂੰ ਕਈ ਵਾਰੀ 2-2, 3-3 ਸਾਲ ਲੱਗ ਜਾਂਦੇ ਹਨ, ਪਰ ਉਹਨਾਂ ਨੇ 7 ਗੁਰੂ ਘਰ ਸਿਰਫ 8 ਮਹੀਨਿਆਂ ਦੇ ਵਿੱਚ ਬਣਾਏ। ਹਰ ਇੱਕ ਥਾਂ ਤੇ ਜਾ ਕੇ ਨਿਸ਼ਾਨ ਸਾਹਿਬ ਕੱਢਿਆ, ਦੇਗ ਵਰਤਾਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਇਹਨਾਂ ਤੋਂ ਕਈ ਗੁਰਦੁਆਰਾ ਸਾਹਿਬਾਨ ਹਨ ਜਿੱਥੇ ਤੁਸੀਂ ਦਰਸ਼ਨ ਕੀਤੇ ਹੋਣਗੇ। ਸਭ ਤੋਂ ਪਹਿਲਾਂ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਉਸਾਰਿਆ, ਜਿੱਥੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਜਦੋਂ ਸਰਸਾ ਨਦੀ ਦੇ ਵਿੱਚ ਵਿਛੋੜਾ ਹੋਇਆ, ਉਸ ਤੋਂ ਬਾਅਦ ਆ ਕੇ ਉੱਥੇ ਠਹਿਰੇ ਸਨ। ਫਿਰ ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਹਨ, ਜਿੱਥੇ ਉਹਨਾਂ ਦੇ ਸੰਸਕਾਰ ਕੀਤੇ। ਫਿਰ ਗੁਰਦੁਆਰਾ ਬੰਗਲਾ ਸਾਹਿਬ, ਜਿੱਥੇ ਜ਼ਿਆਦਾਤਰ ਸੰਗਤ ਜਾਂਦੀ ਹਨ, ਉੱਥੇ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਚੇਚਕ ਦੇ ਰੋਗੀ ਜਿਹੜੇ ਆਉਂਦੇ ਸਨ ਅਤੇ ਉੱਥੋਂ ਠੀਕ ਹੋ ਕੇ ਜਾਂਦੇ ਸਨ। ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਮਜਨੂ ਦਾ ਟਿੱਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਦਾ ਸੰਸਕਾਰ ਹੋਇਆ ਸੀ, ਅਤੇ ਅਖੀਰ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੀ ਵੀ ਉਹਨਾਂ ਨੇ ਹੀ ਉਸਾਰੀ ਕੀਤੀ। ਹੁਣ ਜਿਹੜੇ ਬਾਬਾ ਬਗੀਰ ਸਿੰਘ ਜੀ ਸੀਗੇ, ਉਹ ਅਜੇ ਵੀ ਦਿੱਲੀ ਦੇ ਵਿੱਚ ਹੈਗੇ ਨੇ। ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਮੈਂ ਇਹਨੂੰ ਸ਼ਾਹ ਆਲਮ ਨੂੰ ਚਿੱਠੀ ਭੇਜਾਂਗਾ। ਤੇ ਉਸ ਚਿੱਠੀ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਮੈਂ ਪੂਰਾ ਵਾਅਦਾ ਕਰਦਾ ਹਾਂ ਕਿ ਇਹ ਤੁਹਾਡਾ ਜਿਹੜਾ ਦਿੱਲੀ ਹੈਗਾ ਇਹ ਮੈਂ ਛੱਡ ਕੇ ਚਲਾ ਜਾਵਾਂਗਾ, ਤੇ ਉਦੋਂ ਹੀ ਸਿਰਫ ਉਦੋਂ ਹੀ ਛੱਡ ਕੇ ਜਾਵਾਂਗਾ ਜਦੋਂ ਤੂੰ ਪ੍ਰਣ ਕਰੇਗਾ, ਜਦੋਂ ਤੁਸੀਂ ਪ੍ਰੋਮਿਸ ਕਰੋਗੇ ਕਿ ਤੁਸੀਂ ਦੁਬਾਰਾ ਆਪਣੇ ਜਿੱਦਾਂ ਪੁਰਾਣੇ ਜਿੱਦਾਂ ਟੋਰਚਰ ਵਾਲੇ ਤਸੀਹੇ ਦੇਣ ਵਾਲੇ ਰਾਜਾ ਦੁਆਰਾ ਨਹੀਂ ਬਣੋਗੇ, ਨਹੀਂ ਤਾਂ ਅਸੀਂ ਵਾਪਸ ਦੁਬਾਰਾ ਸੋਧਾ ਲਾਉਣ ਆ ਜਾਵਾਂਗੇ ਤੇ ਸਾਡੇ ਵਾਸਤੇ ਦਿੱਲੀ ਜਿੱਤਣੀ ਕੋਈ ਜਿੱਦਾਂ ਬਿੱਲੀ ਮਾਰਨ ਜੋਗਾ ਆ। ਕਿ ਦੇਖੋ ਹੁਣ ਉਹ ਸ਼ੇਰਾਂ ਦੇ ਨਾਲ ਲੜਦੇ ਹੁੰਦੇ ਸੀਗੇ, ਸ਼ੇਰ ਕਿੰਨੇ ਵੱਡੇ ਹੁੰਦੇ ਆ ਤੇ ਕਿੰਨੇ ਸਟਰੋਂਗ ਹੁੰਦੇ ਆ, ਤੇ ਜਦੋਂ ਕਹਿੰਦੇ ਬਿੱਲੀ ਮਾਰਨ ਦਾ ਖੇਡ ਹੋ ਗਿਆ, ਮਤਲਬ ਕੋਈ ਬਹੁਤ ਸੌਖਾ ਜਿਹਾ ਕੰਮ ਹੈ।
ਦਿੱਲੀ ਜਿੱਤਣਾ ਜਿੱਦਾਂ ਸਾਨੂੰ ਲੱਗਦਾ ਬਹੁਤ ਹਾਰਡ ਹੈ ਨਾ, ਉਹਨਾਂ ਵਾਸਤੇ ਬੜਾ ਆਸਾਨ ਕੰਮ ਸੀਗਾ। ਤੇ ਉਹਨਾਂ ਨੇ ਇੱਕ ਚਿੱਠੀ ਭੇਜੀ ਤੇ ਸੱਚੀ ਉਹ ਆਪਣੇ ਦੇਖੋ ਜ਼ੁਬਾਨ ਦੇ ਕਿੰਨੇ ਪੱਕੇ ਸੀਗੇ। ਤਕਰੀਬਨ 8 ਮਹੀਨਿਆਂ ਬਾਅਦ ਉਹਨਾਂ ਨੇ ਉਹ ਛੱਡਤਾ, ਉਹ ਰਾਜ ਜਿਹੜਾ ਦਿੱਲੀ ਸੀ ਉਹਨਾਂ ਨੇ ਉਹ ਛੱਡ ਕੇ ਚਲੇ ਗਏ। ਹੁਣ ਦੇਖੋ ਕਿੰਨੇ ਦਇਆਲੂ ਵੀ ਸੀਗੇ, ਕਿੰਨੇ ਜ਼ੁਬਾਨ ਦੇ ਪੱਕੇ ਸੀਗੇ ਕਿ ਉਹਨਾਂ ਨੇ ਪ੍ਰੋਮਿਸ ਕੀਤਾ ਤੇ ਪ੍ਰੋਮਿਸ ਪੂਰਾ ਨਿਭਾਇਆ। ਤੇ ਉਹਨਾਂ ਨੂੰ ਇਹ ਨਹੀਂ ਸੀ ਕਿ ਅਸੀਂ ਕੋਈ ਰਾਜ ਭਾਗ ਲੈਣਾ ਹੈ, ਨਾ ਹੀ ਅਸੀਂ ਕੋਈ ਜਿੱਦਾਂ ਪਾਵਰ ਲੈਣੀ ਹੈ ਨਾ। ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਬਸ ਜਿੱਦਾਂ ਉਹਨਾਂ ਨੂੰ ਸਿਖਾਉਣ ਜਾਣਾ ਆ ਕਿ ਗੁਰੂ ਮਹਾਰਾਜ ਜੀ ਦਾ ਹੁਕਮ ਆ ਕਿ ਜਿਹੜੀ ਪ੍ਰਜਾ ਹੁੰਦੀ ਹੈ ਉਹਨੂੰ ਹਮੇਸ਼ਾ ਖੁਸ਼ ਰੱਖਣਾ ਹੁੰਦਾ ਆ, ਉਹਦੇ ਜਿੱਦਾਂ ਤੁਸੀਂ ਉਹਨੂੰ ਸੁਣਨਾ ਹੁੰਦਾ ਆ। ਤੇ ਅਸੀਂ ਬਸ ਉੱਥੇ ਸੋਧਾ ਲਾਉਣ ਜਾਣਾ ਹੈ ਤੇ ਅਸੀਂ ਕਿਲਾ ਛੱਡ ਕੇ ਚੱਲ ਜਾਵਾਂਗੇ। ਤੇ ਜਿਹੜੇ ਸ਼ਾਹ ਆਲਮ ਸੀਗੇ ਉਹ ਫਿਰ ਵਾਪਸ ਆ ਗਏ, ਪਰ ਕਿੰਨੇ ਪ੍ਰਭਾਵਿਤ ਹੋ ਗਏ ਨਾ ਬਾਬਾ ਬਗੇਲ ਸਿੰਘ ਜੀ, ਕਿੰਨੇ ਜਿੱਦਾਂ ਉਹਨਾਂ ਦੇ ਇਨਫਲੂਐਂਸ, ਉਹਨਾਂ ਦੇ ਗੁੱਡ ਇਨਫਲੂਐਂਸ ਵਿੱਚ ਆ ਗਏ ਹੋਣਗੇ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਦੂਜੇ ਨਾਲ ਇਨ ਪਰਸਨ ਕਦੇ ਵੀ ਨਹੀਂ ਮਿਲੇ ਤੇ ਮੇਰਾ ਬੜਾ ਚਾਅ ਹੈ ਤੁਹਾਨੂੰ ਮਿਲਣ ਵਾਸਤੇ। ਉਹ ਸ਼ਾਹ ਆਲਮ ਨੇ ਫਿਰ ਬਾਬਾ ਜੀ ਨੂੰ ਇੱਕ ਚਿੱਠੀ ਭੇਜੀ, ਇੱਕ ਮੈਸੇਜ ਭੇਜਿਆ ਕਿ ਤੁਸੀਂ ਪਲੀਜ਼ ਸਾਡੇ ਦਰਬਾਰ ਵਿੱਚ ਆ ਕੇ ਸਾਡੀ ਸ਼ੋਭਾ ਵਧਾਓ ਤੇ ਸਾਨੂੰ ਮਿਲੋ, ਅਸੀਂ ਤੁਹਾਨੂੰ ਬਹੁਤ ਮਿਲਣਾ ਚਾਹੁੰਦੇ ਹਾਂ। ਤੇ ਬਾਬਾ ਜੀ ਨੇ ਫਿਰ ਵਾਪਸ ਇਹ ਜਵਾਬ ਦਿੱਤਾ ਕਿ ਹਾਂ ਅਸੀਂ ਜ਼ਰੂਰ ਮਿਲਾਂਗੇ ਤੇ ਮੈਂ ਆਊਂਗਾ ਵੀਰਬਾਸ਼, ਪਰ ਮੈਂ ਉਦੋਂ ਹੀ ਆਊਂਗਾ ਜੇ ਤੁਸੀਂ ਮੈਨੂੰ ਇੱਥੇ ਇਜਾਜ਼ਤ ਦਿਓਗੇ ਕਿ ਪੂਰੇ ਜਿੱਦਾਂ ਬਸਤਰ ਦੇ ਨਾਲ, ਪੂਰੇ ਸ਼ਿੰਗਾਰਾਂ ਦੇ ਨਾਲ, ਪੂਰੇ ਸ਼ਸਤਰਾਂ ਦੇ ਨਾਲ, ਸਿਪਾਹੀਆਂ ਦੇ ਨਾਲ ਆ ਸਕੂੰਗਾ। ਤੇ ਮੈਂ ਥੱਲੇ ਆ ਕੇ ਤੁਹਾਡੇ ਦੀਵਾਨ 'ਚ ਤੱਕ ਮਤਲਬ ਜਿੱਦਾਂ ਝੁੱਕ ਕੇ ਨਹੀਂ ਆਊਂਗਾ, ਕਿਉਂਕਿ ਅਸੀਂ ਸਿਰਫ ਉਸ ਮਹਾਕਾਲ, ਉਸ ਅਕਾਲ ਪੁਰਖ ਦੇ ਥੱਲੇ ਝੁਕਦੇ ਹਾਂ, ਸਿਰਫ ਉਹਨਾਂ ਵਾਸਤੇ ਹੀ ਝੁਕਦੇ ਹਾਂ। ਤੇ ਉਹਨਾਂ ਨੇ ਫਿਰ ਜਿੱਦਾਂ ਸ਼ਾਹ ਨੇ ਇਹ ਸ਼ਰਤਾਂ ਜਿੱਦਾਂ ਅਗਰੀ ਕੀਤੀਆਂ ਤੇ ਫਿਰ ਉਹ ਆ ਕੇ ਮਿਲੇ ਸੀ। ਹੁਣ ਜਦੋਂ ਉੱਥੇ ਜਾਂਦੇ ਆ, ਜਾਣ ਤੋਂ ਪਹਿਲਾਂ ਜਿੰਨੇ ਵੀ ਉਹਦੇ ਨਾਲ ਸਿੱਖ ਸਰਦਾਰ ਹੈਗੇ ਆ, ਜਿਵੇਂ ਜੱਸਾ ਸਿੰਘ ਜੀ ਮਾਲੂਵਾੜੀ, ਜੱਸਾ ਸਿੰਘ ਜੀ ਰਾਮਗੜ੍ਹੀਆ, ਸਾਰੇ ਨੂੰ ਇਕੱਠਾ ਕਰਦੇ ਹਨ ਤੇ ਸਾਰੇ ਨੂੰ ਸਮਝਾਉਂਦੇ ਹਨ ਕਿ ਸਿਰਫ ਉਹ ਵਾਲੇ ਸਿੰਘ ਆਪਣੇ ਨਾਲ ਲੈ ਕੇ ਜਾਇਓ ਜਿਹੜੇ ਤੁਹਾਡੇ ਪੂਰੀ ਤਰ੍ਹਾਂ ਆਗਿਆ ਵਿੱਚ ਰਹਿੰਦੇ ਹਨ। ਉਹਦੇ ਭੜਕਾਊ ਸਿੰਘ ਨਹੀਂ ਆਪਾਂ ਨਾਲ ਲੈ ਕੇ ਜਾਣਾ, ਕਿਉਂਕਿ ਉੱਥੇ ਜਾ ਕੇ ਪ੍ਰੇਮ ਨਾਲ ਆਪਾਂ ਉਹਨਾਂ ਨੂੰ ਗੱਲ ਕਰਨੀ ਹੈ ਤੇ ਸਮਝਾਉਣਾ ਹੈ ਤੇ ਕੋਈ ਪ੍ਰਭਾਵ ਛੱਡ ਕੇ ਜਾਣਾ। ਤਾਂ ਹੁਣ ਸਾਰੇ ਸਿੰਘ ਘੋੜਿਆਂ ਤੇ ਸਵਾਰ ਹੋ ਜਾਂਦੇ ਹਨ, ਬਾਬਾ ਜੀ ਹਾਥੀ ਤੇ ਸਵਾਰ ਹਨ, ਸਾਰੇ ਸੱਜ ਤੱਜ ਕੇ ਲਾਲ ਕਿਲੇ ਵੱਲ ਨੂੰ ਤੁਰ ਪਏ ਹਨ। ਜਕਾਰੇ ਛੱਡਦੇ ਹੋਏ ਗੁਰਬਾਣੀ ਗਾਉਂਦੇ ਲਾਲ ਕਿਲੇ ਵੱਲ ਨੂੰ ਜਾਂਦੇ ਹਨ। ਜਦੋਂ ਲਾਲ ਕਿਲੇ ਪਹੁੰਚਦੇ ਹਨ, ਅੰਦਰ ਵੜ ਕੇ ਬਾਬਾ ਜੀ ਦੇ ਨਾਲ ਦੇ ਜਿਹੜੇ ਵੱਡੇ ਸਰਦਾਰ ਹਨ ਘੋੜਿਆਂ ਤੋਂ ਉਤਰਦੇ ਹਨ ਤੇ ਵਾਕਿਆ ਵਿੱਚ ਇਸ਼ਾਰਾ ਕੀਤਾ ਜਾਂਦਾ ਹੈ ਕਿ ਤੁਸੀਂ ਘੋੜਿਆਂ ਤੇ ਹੀ ਰਹੋ, ਜੇ ਕੁਝ ਖਰਾਬੀ ਹੋਈ ਆਪਾਂ ਫਟਾਫਟ ਯੁੱਧ ਕਰ ਸਕਦੇ ਹਾਂ ਜਾਂ ਨਿਕਲ ਸਕਦੇ ਹਾਂ। ਫਿਰ ਬਾਬਾ ਜੀ ਨਾਲ ਦੇ ਜਿਹੜੇ ਸਰਦਾਰ ਹੈ ਸ਼ਾਹ ਆਲਮ ਕੋਲ ਜਾਂਦੇ ਹਨ, ਗੱਲਬਾਤ ਹੁੰਦੀ ਹੈ ਉਹਦੇ ਨਾਲ, ਤੋਹਫੇ ਵੰਡੇ ਜਾਂਦੇ ਹਨ ਤੇ ਉਹਨੂੰ ਫਿਰ ਇੱਕ ਵਾਰ ਸਮਝਾਇਆ ਜਾਂਦਾ ਹੈ ਕਿ ਜੇ ਤੁਸੀਂ ਚੱਜ ਨਾਲ ਰਾਜ ਜੇ ਨਾ ਕੀਤਾ ਤੇ ਅਸੀਂ ਫਿਰ ਆਉਣ ਨੂੰ ਤਿਆਰ ਹਾਂ। ਇਹ ਸਾਰੀ ਗੱਲਬਾਤ ਕਰਨ ਤੋਂ ਬਾਅਦ ਸਿੰਘ ਉੱਥੋਂ ਨਿਕਲਦੇ ਹਨ ਖੁਸ਼ੀ ਖੁਸ਼ੀ ਚੜ੍ਹਦੀ ਕਲਾ ਦੇ ਵਿੱਚ, ਜਕਾਰੇ ਛੱਡਦੇ ਹੋਏ ਕਿ ਅਸੀਂ ਆਪਣਾ ਜਿਹੜੇ ਮਕਸਦ ਲਈ ਆਏ ਸੀ ਅਸੀਂ ਪੂਰਾ ਕਰਕੇ ਚੱਲੇ ਹਾਂ। ਜਕਾਰੇ ਛੱਡਦੇ ਹੋਏ ਬਾਹਰ ਨਿਕਲ ਕੇ ਪੰਜਾਬ ਵੱਲ ਨੂੰ ਵਾਪਸ ਰਵਾਨੇ ਹੁੰਦੇ ਹਨ ਅਤੇ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਦੀ ਜਰਨੀ ਦੀ ਐਂਡਿੰਗ ਹੁੰਦੀ ਹੈ। ਉੱਥੇ ਉਹ ਗੁਰੂ ਸਾਹਿਬ ਜੀ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ। ਹੁਣ ਅਸੀਂ 2 ਮਿੰਟ ਇਮੈਜਿਨ ਕਰੀਏ ਉਹ ਬਾਬਾ ਜੀ ਦਾ ਜਿਹੜਾ ਰੰਗ ਸੀਗਾ, ਉਹਨਾਂ ਦੇ ਜਿਹੜੇ ਸੂਰਮੇ ਵਾਲਾ ਰੰਗ ਸੀਗਾ, ਉਹਨਾਂ ਦੀ ਜਿਹੜੀ ਬਖਸ਼ਿਸ਼ ਮਿਲੀ ਸੀ ਗੁਰੂ ਮਹਾਰਾਜ ਜੀ ਵੱਲੋਂ, ਉਹ ਕਿੰਨੇ ਚੜ੍ਹਦੀਆਂ ਕਲਾ ਵਾਲਾ ਜੀਵਨ ਜੀਂਦੇ ਹੋਣਗੇ, ਹੈ ਨਾ। ਇਹ ਉੱਦਾਂ ਦੇ ਸੂਰਮੇ ਸੀ ਜਿਹੜੇ ਸਾਡੀ ਅਰਦਾਸ ਦੇ ਵਿੱਚ ਹਮੇਸ਼ਾ ਹੋਣਾ ਚਾਹੀਦੀ ਹੈ ਕਿ ਗੁਰੂ ਮਹਾਰਾਜ ਜੀ ਹੱਥ ਜੋੜ ਕੇ ਰੰਗ ਬਖਸ਼ੋ, ਸਾਨੂੰ ਵੀ ਇੱਦਾਂ ਦੇ ਆਪਣੇ ਗੁਰਸਿੱਖਾਂ ਵਾਂਗੂ ਬਣਾਓ। ਤੇ ਹੁਣ ਸਾਡੇ ਵਿੱਚੋਂ ਸਾਰਿਆਂ ਕੋਲ ਮੋਸਟਲੀ ਭੈਣ ਭਰਾ ਹੋ ਗਏ, ਮੋਸਟਲੀ ਸਾਰਿਆਂ ਕੋਲ ਭੈਣ ਭਰਾ ਹੈਗੇ ਤੇ ਅਸੀਂ ਮੋਸਟਲੀ ਉਹਨਾਂ ਨਾਲ ਫਾਈਟ ਕਰਦੇ ਹਾਂ, ਆਰਗਿਊ ਕਰਦੇ ਹਾਂ, ਹੈ ਨਾ। ਪਰ ਜੇ ਸਾਨੂੰ ਸੇਵਾ ਦੀ ਜਿੱਦਾਂ ਓਪਰਚੁਨਿਟੀ ਬਖਸ਼ੇ ਕਿ ਤੁਸੀਂ ਸਾਨੂੰ ਪਾਣੀ ਦੀ ਬੋਤਲ ਦੇ ਦੋਗੇ ਜਾਂ ਸਾਨੂੰ ਜਿੱਦਾਂ ਆਹ ਚੀਜ਼ ਫੜਾ ਦੋਗੇ, ਅਸੀਂ ਮੋਸਟਲੀ ਇਨਕਾਰ ਕਰਦੇ ਹਾਂ। ਤੇ ਜੇ ਅਸੀਂ ਉਹ ਪ੍ਰੇਮ ਨਿਮਰਤਾ ਭਾਵ ਆਪਣੇ ਹਿਰਦੇ ਵਿੱਚ ਰੱਖ ਲਈਏ ਤੇ ਸਾਨੂੰ ਵੀ ਗੁਰੂ ਮਹਾਰਾਜ ਜੀ ਬਖਸ਼ਣਗੇ, ਸਾਨੂੰ ਵੀ ਇਹਨਾਂ ਦੇ ਯੋਧਿਆਂ ਵਾਲਾ ਜਿਹੜਾ ਉਹ ਰੰਗ ਆ ਉਹ ਬਖਸ਼ਣਗੇ। ਤੇ ਜਿਹੜੇ ਹੁਣ ਅਸੀਂ ਕਾਫੀ ਤੌਰ ਤੇ ਕਥਾ ਤੋਂ ਸੁਣਦੇ ਹਾਂ, ਖਾਲਸਾ ਜੀ ਤੋਂ ਸੁਣਦੇ ਹਾਂ ਕਿ ਜਿਹੜੀ ਨਫ਼ਰਤ ਹੈਗੀ ਹੈ ਇਹ ਤਾਂ ਬਹੁਤ ਸੌਖੀ ਹੈ ਕਮਾਣੀ, ਹੈ ਨਾ। ਸਾਨੂੰ ਨਫ਼ਰਤ ਸਾਡੇ ਹਿਰਦਿਆਂ 'ਚ ਹੁੰਦੀ ਹੈ, ਉਹ ਮੈਂ ਵੀ ਸ਼ਾਮਿਲ ਹੈਗੀ ਹਾਂ ਕਿ ਨਫ਼ਰਤ ਨਾਲ ਭਰੇ ਹੁੰਦੇ ਹਾਂ। ਪਰ ਜੇ ਅਸੀਂ ਉਸ ਨਫ਼ਰਤ ਨੂੰ ਪ੍ਰੇਮ ਵਿੱਚ ਬਦਲ ਦਿੰਦੇ ਹਾਂ,
ਭਾਵੇਂ ਉਹ ਥੋੜਾ ਮੁਸ਼ਕਲ ਹੈਗਾ ਆ, ਹੈ ਨਾ, ਪ੍ਰੇਮ ਥੋੜਾ ਮੁਸ਼ਕਲ ਹੈਗਾ ਆ, ਪਰ ਜੇ ਅਸੀਂ ਉਹਨੂੰ ਕਮਾ ਲਈਏ ਸਾਨੂੰ ਉਹ ਸੂਰਬੀਰਤਾ ਵਾਲੇ ਰੰਗ ਬਖਸ਼ੂਗੀ, ਸਾਨੂੰ ਸੂਰਮੇ ਯੋਧਿਆਂ ਵਾਲੇ ਰੰਗ ਬਖਸ਼ੂਗੀ, ਜਿਹੜੇ ਪਹਿਲੇ ਘਰ ਤੋਂ, ਉਹ ਪਹਿਲੇ ਪਿਆਰੇ ਗੁਰੂ ਨਾਨਕ ਤੋਂ ਸ਼ੁਰੂ ਹੁੰਦੇ ਆਉਂਦੇ ਪਏ ਨੇ। ਤੇ ਅਸੀਂ ਵੀ ਹੁਣ ਗੁਰੂ ਮਹਾਰਾਜ ਅੱਗੇ ਪ੍ਰਣ ਕਰੀਏ, ਜਕਾਰਾ ਛੱਡੀਏ ਕਿ ਸਾਨੂੰ ਵੀ ਇੱਦਾਂ ਦੇ ਯੋਧਿਆਂ, ਇੱਦਾਂ ਦੇ ਗੁਰਸਿੱਖਾਂ ਵਾਂਗੂ ਬਣਾਓ। ਜਕਾਰਾ ਲੱਗ ਜਾਵੇ, ਨਿਹਾਲ ਹੋ ਜਾਵੇ, ਕਰੋੜ ਸਿੰਘਾਂ ਮਿਸਲ ਬਾਬਾ ਬਗੇਲ ਸਿੰਘ ਜੀ ਦੇ ਮਨ ਨੂੰ ਭਾਵੇ। ਬੇਅੰਤ ਭੁੱਲਾਂ ਹੋਣਗੀਆਂ, ਅੱਜ ਬੱਚੇ ਸਮਝ ਕੇ ਸਾਨੂੰ ਮਾਫੀ ਚ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ।